ਸਤਿ ਸ਼੍ਰੀ ਅਕਾਲ ਦੋਸਤੋ। ਲਵ 23 ਲੈਂਡ ਦਿਲ ਸੇ ਬਾਈ ਨੀਲੂ ਨੂੰ ਪਿਆਰ ਦੇਣ ਦੇ ਲਈ ਤਹਿ ਦਿਲੋਂ ਸ਼ੁਕਰੀਆ। ਮੈਂ ਹਾਂ ਨੀਲੂ ਸ਼ਰਮਾ। ਜਿਸ ਤਰ੍ਹਾਂ ਤੁਸੀਂ ਮੇਰੀਆਂ ਕਹਾਣੀਆਂ ਨੂੰ ਪਿਆਰ ਦੇ ਰਹੇ ਹੋ, ਉਸ ਨਾਲ ਮੈਨੂੰ ਮੋਟੀਵੇਸ਼ਨ ਵੀ ਮਿਲ ਰਹੀ ਹੈ ਕਿ ਮੈਂ ਹੋਰ ਵੀ ਵਧੀਆ ਕਹਾਣੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂ। ਇਹ ਸਿਰਫ ਕਹਾਣੀਆਂ ਹੀ ਨਹੀਂ, ਬਲਕਿ ਮੇਰੀ ਜ਼ਿੰਦਗੀ ਦੇ ਵਿੱਚ ਆਏ ਕੁਝ ਲੋਕਾਂ ਦੀ ਹੱਡਬੀਤੀ ਵੀ ਹੈ, ਜਿਸ ਨੂੰ ਮੈਂ ਸ਼ਬਦਾਂ ਦੇ ਵਿੱਚ ਪਿਰੋਣ ਦੀ ਕੋਸ਼ਿਸ਼ ਕਰਦੀ ਹਾਂ। ਮੇਰੀ ਕੋਸ਼ਿਸ਼ ਹੈ ਕਿ ਮੈਂ ਤੁਹਾਡੇ ਸਾਹਮਣੇ ਸਮਾਜ ਦੇ ਵੱਖ-ਵੱਖ ਹਿੱਸਿਆਂ ਦੀ ਤਸਵੀਰ ਪੇਸ਼ ਕਰਾਂ ਤਾਂ ਜੋ ਸਾਨੂੰ ਸਹੀ ਤੇ ਚੰਗੀ ਸੇਧ ਮਿਲ ਸਕੇ। ਤੇ ਅੱਜ ਦੀ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ। ਕਈ ਵਾਰ ਸਾਡੀ ਜ਼ਿੰਦਗੀ 'ਚ ਅਜਿਹੇ ਸ਼ਖਸ ਵੀ ਮਿਲਦੇ ਨੇ ਜਿਨ੍ਹਾਂ ਨਾਲ ਸਾਡਾ ਕੋਈ ਰਿਸ਼ਤਾ ਨਹੀਂ, ਪਰ ਹੁੰਦੇ ਉਹ ਸਾਡੀ ਜ਼ਿੰਦਗੀ ਦੇ ਸਭ ਤੋਂ ਖਾਸ ਸ਼ਖਸ। ਕੁਝ ਚੀਜ਼ਾਂ ਸਾਨੂੰ ਉਹਨਾਂ ਦੇ ਨਾਲ ਸਾਡੇ ਰਿਸ਼ਤੇ ਦੇ ਸੰਬੰਧਾਂ ਨੂੰ ਦਰਸਾ ਦਿੰਦੀਆਂ ਨੇ। ਉਹ ਹੈ ਤੇ ਸਾਡੇ ਕੋਈ ਨਹੀਂ, ਪਰ ਲੱਗਦੇ ਆਪਣਿਆਂ ਵਰਗੇ ਨੇ। ਮੈਂ ਹਾਂ ਸੋਹਨ ਲਾਲ। ਇੱਕ ਸਰਕਾਰੀ ਦਫ਼ਤਰ ਦੇ ਵਿੱਚ ਮੈਂ ਕੰਮ ਕਰਦਾ, ਚੌਥੇ ਦਰਜੇ ਦੇ ਕਲਰਕ ਦੇ ਵਜੋਂ। ਜ਼ਿਆਦਾ ਤਾਂ ਕੁਝ ਨਹੀਂ, ਪਰ ਘਰ ਚਲਾਉਣ ਜੋਗੀ ਤਨਖਾਹ ਮਿਲ ਜਾਂਦੀ ਹੈ ਮੈਨੂੰ। ਪਰਿਵਾਰ ਵੀ ਛੋਟਾ ਜਿਹਾ ਹੈ, 2 ਬੱਚੇ ਤੇ ਵਹੁਟੀ। ਘਰ ਵੀ ਸਾਡਾ ਪੁਰਾਣਾ ਹੈ, ਪਰ ਹਾਂ ਰਹਿਣ ਲਈ ਥਾਂ ਬਥੇਰੀ ਹੈ। ਜ਼ਿਆਦਾ ਚੀਜ਼ਾਂ ਦਾ ਸ਼ੌਂਕ ਨਹੀਂ ਮੈਨੂੰ। ਆਪਣੇ ਬੱਚਿਆਂ ਨੂੰ ਹਰ ਹਾਲ ਦੇ ਵਿੱਚ ਜ਼ਿੰਦਗੀ ਜਿਉਣ ਦੀ ਆਦਤ ਪਾ ਹੀ ਦਿੱਤੀ ਸੀ, ਇਸ ਲਈ ਉਹ ਜ਼ਿਆਦਾ ਡਿਮਾਂਡ ਮੇਰੇ ਕੋਲੋਂ ਨਹੀਂ ਕਰਦੇ। ਕਦੇ-ਕਦੇ ਬਾਹਰ ਘੁਮਾ ਲਿਆਵਾਂ ਤਾਂ ਇੰਨੇ 'ਚ ਹੀ ਖੁਸ਼ ਹੋ ਜਾਂਦੇ ਨੇ। ਜ਼ਿਆਦਾ ਦੀ ਔਕਾਤ ਨਹੀਂ ਸੀ ਮੇਰੀ। ਮੈਂ ਗਰਮੀਆਂ ਦੇ ਵਿੱਚ ਰਿਕਸ਼ੇ ਤੇ ਸਰਦੀਆਂ ਦੇ ਵਿੱਚ ਆਪਣੇ ਸਾਈਕਲ ਜਾਂ ਫਿਰ ਪੈਦਲ ਹੀ ਆਪਣੇ ਦਫ਼ਤਰ ਨਿਕਲ ਜਾਂਦਾ ਸੀ। ਇਸ ਪਿੱਛੇ ਵੀ ਕਾਰਨ ਸੀ, ਕਿਉਂਕਿ ਮੈਂ ਆਪਣੇ ਬਚਪਨ ਦੇ ਬਿਤਾਏ ਦਿਨਾਂ ਨੂੰ ਜ਼ਿਹਨ ਦੇ ਵਿੱਚੋਂ ਨਹੀਂ ਕੱਢ ਪਾਇਆ ਸੀ ਕਿ ਕਿਸ ਤਰ੍ਹਾਂ ਸਾਡੇ ਪਿਤਾ ਜੀ ਨੇ ਸਾਨੂੰ ਪਾਲਿਆ। ਬਿਨਾਂ ਮਾਂ ਤੋਂ ਬਾਹਰ ਕੰਮ ਵੀ ਕਰਨਾ ਤੇ ਘਰ ਆ ਰੋਟੀ ਵੀ ਬਣਾਉਣੀ, ਸਾਨੂੰ ਪੜ੍ਹਾਉਣਾ ਵੀ। ਇਸ ਲਈ ਜ਼ਿਆਦਾ ਖੁਆਇਸ਼ ਮੇਰੇ ਦਿਲ ਦੇ ਵਿੱਚ ਸੀ ਹੀ ਨਹੀਂ। ਬਸ ਆਪਣੇ ਪਰਿਵਾਰ ਦੇ ਵਿੱਚ ਸਕੂਨ ਦੀ ਰੋਟੀ ਮਿਲ ਜਾਵੇ ਤੇ ਤਸੱਲੀ ਹੋ ਜਾਂਦੀ। ਮੈਂ ਹਰ ਰੋਜ਼ ਸ਼ਾਮ ਨੂੰ ਬਾਲਕਨੀ 'ਚ ਬੈਠ ਕੇ ਚਾਹ ਪੀਂਦਾ ਤੇ ਮੇਰੀ ਨਜ਼ਰ ਹਰ ਰੋਜ਼ ਇੱਕ ਰਿਕਸ਼ੇ ਵਾਲੇ ਤੇ ਪੈਂਦੀ। ਮੈਲੇ ਜਿਹੇ ਕੱਪੜੇ, ਅਧਖੜ ਜਿਹੀ ਉਮਰ ਦਾ, ਬਾਜ਼ਾਰ ਦੇ ਵਿੱਚ ਲੱਗੀ ਪਾਣੀ ਦੀ ਟੂਟੀ ਤੋਂ ਪਾਣੀ ਭਰਨ ਆਉਂਦਾ ਤੇ ਆਪਣੇ ਰਿਕਸ਼ੇ ਤੇ ਬੈਠ ਕੇ ਥੋੜਾ ਚਿਰ ਆਰਾਮ ਕਰਦਾ। ਮੈਂ ਅਕਸਰ ਦੇਖਿਆ ਕਿ ਉਹ ਰਿਕਸ਼ੇ ਵਾਲਾ ਹਰ ਰੋਜ਼ ਦੇਰ ਰਾਤ ਉਸੇ ਥਾਂ ਤੇ ਰਿਕਸ਼ੇ ਦੀ ਗੱਦੀ ਜ਼ਮੀਨ ਤੇ ਉਤਾਰ ਕੇ ਉੱਥੇ ਹੀ ਲੇਟ ਜਾਂਦਾ। ਸਵੇਰੇ ਉਸੇ ਟੂਟੀ ਦੇ ਥੱਲੇ ਨਹਾ ਕੇ ਆਪਣੇ ਮੈਲੇ ਕੱਪੜਿਆਂ ਨੂੰ ਉੱਥੇ ਹੀ ਧੋ ਲੈਂਦਾ। ਮੈਨੂੰ ਕਿਤੇ ਨਾ ਕਿਤੇ ਇਹ ਸ਼ਖਸ ਆਪਣੇ ਵੱਲ ਖਿੱਚਦਾ ਸੀ। ਉਹ ਮੈਨੂੰ ਤਾਂ ਨਹੀਂ ਦੇਖਦਾ ਸੀ, ਪਰ ਮੈਂ ਉਸਨੂੰ ਹਰ ਰੋਜ਼ ਉਸੇ ਥਾਂ ਦੇਖਦਾ ਸੀ। ਪਤਾ ਨਹੀਂ ਕੀ ਸਾਂਝ ਸੀ ਮੇਰੀ ਉਸ ਨਾਲ। ਹਰ ਰੋਜ਼ ਦੀ ਤਰ੍ਹਾਂ ਸੋਮਵਾਰ ਨੂੰ ਮੈਂ ਆਪਣੇ ਦਫ਼ਤਰ ਦੇ ਲਈ ਘਰੋਂ ਨਿਕਲਿਆ ਤੇ ਦੇਖਿਆ ਕਿ ਇੱਕ ਔਰਤ ਉਸ ਨਾਲ ਬਹਿਸ ਕਰ ਰਹੀ ਸੀ। ਪੈਸਿਆਂ ਨੂੰ ਲੈ ਕੇ ਸ਼ਾਇਦ ਮਸਲਾ ਸੀ ਕੋਈ। ਉਹ ਔਰਤ ਉਸ ਰਿਕਸ਼ੇ ਵਾਲੀ ਦੀ ਮਜ਼ਦੂਰੀ ਨਹੀਂ ਦੇ ਰਹੀ ਸੀ, 10 ਰੁਪਏ ਦੇ ਕੇ ਚਲੀ ਜਾਂਦੀ ਹੈ, ਜਿਸ ਲਈ ਉੱਥੇ ਬਹਿਸ ਹੋ ਰਹੀ ਸੀ। ਸਭ ਲਈ ਇਹ ਕੋਈ ਵੱਡੀ ਗੱਲ ਨਹੀਂ ਹੋਵੇਗੀ, ਪਰ ਉਸ ਰਿਕਸ਼ੇ ਵਾਲੇ ਦੇ ਲਈ ਉਸਦੀ ਮਿਹਨਤ ਸੀ ਜੋ ਉਸਨੂੰ ਪੂਰੀ ਨਹੀਂ ਮਿਲੀ। ਮੈਂ ਸਭ ਦੇਖ ਕੇ ਵੀ ਅੱਗੇ ਨਿਕਲ ਗਿਆ, ਮਨ 'ਚ ਸੋਚਦਾ ਕਿ ਆਖਿਰ ਇਹ ਵਿਅਕਤੀ ਮੈਨੂੰ ਉਸ ਬਾਰੇ ਨਾ ਸੋਚਣ ਦੇ ਲਈ ਮਜਬੂਰ ਕਿਉਂ ਕਰਦਾ ਹੈ। ਹਰ ਵਾਰ ਦੀ ਤਰ੍ਹਾਂ ਰਾਤ ਨੂੰ ਉਸ ਰਿਕਸ਼ੇ ਵਾਲੇ ਨੂੰ ਮੈਂ ਪੈਸੇ ਗਿਣਦੇ ਦੇਖਿਆ, ਜਿਸ ਨੂੰ ਆਪਣੀ ਗੁੱਥੜੀ ਦੇ ਵਿੱਚ ਬੰਨ੍ਹ ਕੇ ਸੌ ਜਾਂਦਾ ਹੈ। ਹੋਣਗੇ ਕੋਈ ਤਕਰੀਬਨ 80-85 ਰੁਪਏ। ਉਸ ਦੇ ਵਿੱਚ ਵੀ ਉਸਨੂੰ ਬੜਾ ਸਕੂਨ ਸੀ। ਅਗਲੇ ਦਿਨ ਜਦ ਉਹ ਆਪਣੇ ਘਰ ਤੋਂ ਨਿਕਲਦਾ ਹੈ ਤਾਂ ਉਹ ਮੇਰੇ ਕੋਲੋਂ ਆਉਂਦਾ ਹੈ, ਕਹਿੰਦਾ ਚੱਲਣਾ ਬਾਊ ਜੀ। ਮੈਂ ਮਨਾ ਕਰ ਦਿੰਦਾ ਉਸ ਦੀ ਹਾਲਤ ਨੂੰ ਦੇਖ ਕੇ। ਗਰਮੀਆਂ ਦੇ ਦਿਨ ਸੂਰਜ ਸਿਰ ਤੇ ਕਿਸ ਤਰ੍ਹਾਂ ਮੈਨੂੰ ਦਫ਼ਤਰ ਛੱਡ ਕੇ ਆਓ। ਮੈਂ ਅੱਗੇ ਲੰਘ ਜਾਂਦਾ ਤੇ ਉਹ ਮਗਰ ਤੁਰਿਆ ਕਹਿੰਦਾ, ਕੋਈ ਨਾ ਤੁਸੀਂ ਪੈਸੇ ਕੱਢ ਦੇਣਾ, ਮੇਰੀ ਬੋਣੀ ਦਾ ਟਾਈਮ ਹੈ। ਮੇਰੇ ਕੋਲੋਂ ਰਿਹਾ ਨਹੀਂ ਗਿਆ ਤੇ ਮੈਂ ਬਿਨਾਂ ਪੈਸੇ ਕੀਤੇ ਉਸਨੂੰ ਜਾਣ ਲਈ ਕਹਿਣਾ। ਰਸਤੇ ਦੇ ਵਿੱਚ ਹੌਲੀ-ਹੌਲੀ ਪੈਡਲ ਮਾਰ ਖਿੱਚੀ ਜਾਂਦਾ ਹੈ ਖੁਦ ਨੂੰ ਤੇ ਰਿਕਸ਼ੇ ਨੂੰ। ਮੈਂ ਪਿੱਛੇ ਬੈਠਾ ਪਰੇਸ਼ਾਨ ਹੋ ਜਾਂਦਾ। ਉਹ ਬਿਲਕੁਲ ਮੇਰੇ ਪਿਓ ਵਰਗਾ ਸੀ। ਮੇਰੇ ਪਿਤਾ ਜੀ ਵੀ ਰਿਕਸ਼ਾ ਚਲਾਉਂਦੇ ਸਨ ਤੇ ਇਸੇ ਤਰ੍ਹਾਂ ਉਹ ਵੀ ਸਵਾਰੀਆਂ ਨੂੰ ਲਿਜਾਉਂਦੇ। ਕਦੇ-ਕਦੇ ਸਵਾਰੀਆਂ ਉਹਨਾਂ ਨੂੰ ਵੀ ਘੱਟ ਪੈਸੇ ਦੇ ਕੇ ਜਾਂਦੀਆਂ, ਜਿਸ ਕਾਰਨ ਉਹ ਵੀ ਕਈ ਵਾਰ ਪਰੇਸ਼ਾਨ ਦਿਖਾਈ ਦਿੰਦੇ। ਉਹ ਹੂਬਹੂ ਮੇਰੇ ਪਿਓ ਵਾਂਗ ਉਸ ਵੇਲੇ ਲੱਗ ਰਿਹਾ ਸੀ। ਉਸਦੇ ਪੈਰਾਂ 'ਚ ਪਈਆਂ ਕੱਸੀਆਂ ਤੇ ਟਾਂਕੇ ਲੱਗੀਆਂ ਚੱਪਲਾਂ ਨੇ ਪਿਤਾ ਜੀ ਦੀ ਯਾਦ ਨੂੰ ਤਾਜ਼ਾ ਕਰ ਦਿੱਤਾ ਸੀ। ਰਿਕਸ਼ੇ ਦੀ ਚੇਨ ਦੀ ਆਵਾਜ਼ ਬਾਰ-ਬਾਰ ਮੈਨੂੰ ਸੋਚਣ ਲਈ ਮਜਬੂਰ ਕਰਦੀ। ਕਿੰਨੀ ਮਜਬੂਰੀ ਹੋਵੇਗੀ ਇਸ ਇਨਸਾਨ ਦੀ, ਇੰਨੀ ਗਰਮੀ ਦੇ ਵਿੱਚ ਜਿੱਥੇ ਖੜਾ ਨਹੀਂ ਹੋ ਪਾਇਆ ਜਾ ਰਿਹਾ, ਇਹ ਮੈਨੂੰ ਢੋ ਕੇ ਲੈ ਕੇ ਜਾ ਰਿਹਾ। ਉਸਦੇ ਪਿੰਡੇ ਤੇ ਪਾਏ ਮੈਲੇ ਕੱਪੜੇ, ਚੋਂਦਾ ਪਸੀਨਾ ਉਸਦੀ ਮਜਬੂਰੀ ਦਾ ਸਬੂਤ ਸੀ। ਹੌਲੀ-ਹੌਲੀ ਜੂਨ ਦੀ ਚਾਰ ਉਹ ਰਿਕਸ਼ੇ ਵਾਲਾ ਮੇਰੀ ਮੰਜ਼ਿਲ ਦੇ ਕੋਲ ਪਹੁੰਚਣ ਵਾਲਾ ਸੀ ਕਿ ਮੈਂ ਉਸਨੂੰ ਰੋਕਦਾ। ਕਹਿੰਦਾ, ਬਾਬਾ ਜੀ ਮੈਨੂੰ ਇੱਥੇ ਹੀ ਉਤਾਰ ਦਿਓ। ਉਹ ਕਹਿੰਦਾ, ਪੁੱਤ ਮੈਂ ਛੱਡ ਆਉਣਾ। ਤੇ ਉਸ ਸਮੇਂ ਰਿਕਸ਼ੇ ਦੇ ਵਿੱਚੋਂ ਉਤਰ ਕੇ ਮੈਂ 50 ਦਾ ਨੋਟ ਫੜਾ ਕੇ ਬਿਨਾਂ ਉਸ ਬਜ਼ੁਰਗ ਦੀ ਸ਼ਕਲ ਦੇਖੇ ਤੁਰ ਪੈਣਾ।
ਉਸ ਸ਼ਖਸ ਦੇ ਨਾਲ ਮੇਰਾ ਕੋਈ ਵਾਸਤਾ ਨਹੀਂ ਸੀ, ਪਰ ਉਸ ਵਿੱਚ ਮੈਨੂੰ ਆਪਣਾ ਅਤੀਤ ਨਜ਼ਰ ਆ ਰਿਹਾ ਸੀ। ਮੈਂ ਮੁੜ ਉਸ ਵੱਲ ਨਹੀਂ ਦੇਖਿਆ। ਪੂਰਾ ਦਿਨ ਉਸ ਬਾਰੇ ਸੋਚਦਾ ਰਿਹਾ। ਸਾਡੇ ਪਿਤਾ ਜੀ ਵੀ ਇਦਾਂ ਹੀ 1-1 ਰੁਪਈਆ ਜੋੜ ਕੇ ਸਾਡੇ ਲਈ ਸਮਾਨ ਲਿਆਉਂਦੇ ਹੋਣਗੇ। ਸ਼ਾਮ ਨੂੰ ਇੱਕ ਵਾਰ ਫਿਰ ਤੋਂ ਉਸ ਦੀ ਉਡੀਕ ਕਰਦਾ, ਕਿਉਂਕਿ ਹਰ ਰੋਜ਼ ਉਹ ਗਲੀ ਦੇ ਮੋੜ ਤੇ ਹੀ ਸੌਂਦਾ ਸੀ। ਉਸ ਦਿਨ ਉਹ ਥੋੜੀ ਲੇਟ ਆਇਆ, ਪਰ ਜਲਦੀ ਹੀ ਸੌ ਗਿਆ। ਥੱਕਿਆ ਜ਼ਿਆਦਾ ਲੱਗਦਾ ਸੀ। ਅਗਲੀ ਸਵੇਰ ਉਹ ਰਿਕਸ਼ੇ ਵਾਲਾ ਬਾਪੂ ਫਿਰ ਮੇਰੇ ਪਿੱਛੇ ਆਉਂਦਾ, ਆਜੋ ਬਾਊ ਜੀ ਤੁਹਾਨੂੰ ਦਫ਼ਤਰ ਛੱਡ ਆਵਾਂ, ਤੇ ਮੈਂ ਫਿਰ ਬਿਨਾਂ ਦੇਖੇ ਉਸ ਵੱਲ ਅੱਗੇ ਭੱਜ ਜਾਣਾ। ਉਸ ਦੇ ਕੱਪੜੇ, ਲਹਿਜ਼ਾ, ਉਸ ਦੀ ਤਕਲੀਫ ਮੈਨੂੰ ਬਾਰ-ਬਾਰ ਤੰਗ ਕਰਦੀ ਸੀ। ਮੈਂ ਉਸ ਵੱਲ ਦੇਖ ਹੀ ਨਹੀਂ ਪਾਉਂਦਾ ਸੀ। ਉਸ ਵਿੱਚ ਮੈਨੂੰ ਆਪਣੇ ਪਿਤਾ ਜੀ ਦੀ ਤਕਲੀਫ ਹੂਬਹੂ ਦਿਖਦੀ ਸੀ। ਤੇ ਸ਼ਾਮ ਨੂੰ ਉਸ ਰਿਕਸ਼ੇ ਵਾਲੇ ਨੂੰ ਉਸ ਥਾਂ ਤੇ ਨਾ ਦੇਖ ਮੈਂ ਫਿਰ ਤੋਂ ਤੰਗ ਹੋ ਜਾਣਾ। ਕਿਤੇ ਉਹ ਠੀਕ ਹੋਵੇ, ਗਰਮੀ ਬਹੁਤ ਹੈ, ਉਹ ਬਿਮਾਰ ਤੇ ਨਹੀਂ ਹੋ ਗਿਆ। ਦਿਲ ਵਿੱਚ ਚਿੰਤਾ ਸੀ ਉਸ ਦੀ। ਉਸ ਸ਼ਾਮ ਬੜਾ ਮੀਂਹ ਪੈ ਰਿਹਾ ਸੀ। ਮੈਨੂੰ ਨਜ਼ਰ ਆਇਆ ਕਿ ਉਹ ਕਿਸੇ ਦੇ ਚੌਂਦੇ ਛੱਪੜ ਦੇ ਥੱਲੇ ਖੜਾ ਸੀ। ਮੀਂਹ ਦੇ ਪਾਣੀ ਤੋਂ ਖੁਦ ਨੂੰ ਬਚਾ ਰਿਹਾ ਸੀ। ਉਸ ਦਿਨ ਉਸ ਦੀ ਹਾਲਤ ਠੀਕ ਨਹੀਂ ਲੱਗ ਰਹੀ ਸੀ। ਮੈਂ ਆਪਣੀ ਛਤਰੀ ਲੈ ਕੇ ਜਾਣਾ ਉਸ ਕੋਲ, ਪੁੱਛਦਾ, ਬਾਪੂ ਜੀ ਤੁਸੀਂ ਠੀਕ ਹੋ? ਉਹ ਕਹਿੰਦਾ ਕਿ 2 ਦਿਨ ਹੋ ਗਏ ਪੁੱਤਰ, ਬੁਖਾਰ ਨਾਲ ਤੜਫਦੇ, ਸਰੀਰ ਦੇ ਵਿੱਚ ਰੋਟੀ ਦਾ ਦਾਣਾ ਨਹੀਂ ਗਿਆ, ਖਾਣ ਨੂੰ ਪੈਸੇ ਵੀ ਨਹੀਂ। ਮੈਨੂੰ ਬਿਮਾਰ ਦੇਖ ਰਿਕਸ਼ੇ ਤੇ ਕੋਈ ਬਹਿੰਦਾ ਨਹੀਂ, ਇਸ ਦੀ ਪਰੇਸ਼ਾਨ ਆ ਕਾਕਾ। ਉਸ ਦੇ ਬੋਲ ਮੈਨੂੰ ਚੁੱਭ ਗਏ। ਮੈਂ ਉਸਨੂੰ ਆਪਣੀ ਛਤਰੀ ਹੇਠਾਂ ਆਪਣੇ ਘਰ ਦੇ ਥੱਲੇ ਬੈਠਣ ਲਈ ਕਹਿਣਾ। ਉੱਪਰ ਗਿਆ, ਵੋਟੀ ਕੋਲੋਂ ਗਰਮ-ਗਰਮ ਰੋਟੀ ਬਣਵਾਈ, ਦਵਾਈ ਦੇ ਨਾਲ ਦੁੱਧ ਦਾ ਗਲਾਸ ਪੀਣ ਨੂੰ ਦਿੱਤਾ, ਤੇ ਘਰੋਂ ਕੋਈ ਪੁਰਾਣਾ ਜਿਹਾ ਬਿਸਤਰਾ ਕੱਢ ਕੇ ਉਸ ਬਜ਼ੁਰਗ ਨੂੰ ਕਿਹਾ, ਬਾਪੂ ਜੀ ਤੁਸੀਂ ਹਰ ਰੋਜ਼ ਰਾਤ ਨੂੰ ਘਰ ਦੇ ਥੱਲੇ ਹੀ ਸੌ ਜਾਇਆ ਕਰੋ। ਰਾਤ ਦਾ ਖਾਣਾ ਤੁਹਾਨੂੰ ਮਿਲ ਜਾਇਆ ਕਰੇਗਾ। ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਮੈਨੂੰ ਆਪਣੇ ਪੁੱਤਰਾਂ ਵਰਗਾ ਹੀ ਸਮਝੋ। ਉਸ ਦਿਨ ਤੋਂ ਬਜ਼ੁਰਗ ਰਿਕਸ਼ੇ ਵਾਲਾ ਮੇਰੇ ਘਰ ਦੇ ਦਰਵਾਜ਼ੇ ਦੇ ਹੇਠਾਂ ਹੀ ਸੌ ਜਾਂਦਾ ਹੈ। ਉਸ ਦਾ ਬਿਸਤਰਾ ਵੀ ਉੱਥੇ ਹੀ ਰਹਿੰਦਾ ਹੈ ਤੇ ਰਾਤ ਦੀ ਰੋਟੀ ਵੀ ਰੱਬ ਨੇ ਪੱਕੀ ਉਸ ਦੀ ਕਰ ਦਿੱਤੀ ਹੈ। ਸੱਚੀ ਉਹ ਮੇਰੇ ਪਿਓ ਦਾ ਦੂਜਾ ਰੂਪ ਸੀ। ਤੇ ਕਿਸ ਤਰ੍ਹਾਂ ਦੀ ਲੱਗੀ ਅੱਜ ਦੀ ਕਹਾਣੀ? ਕਮੈਂਟ ਬਾਕਸ ਦੇ ਵਿੱਚ ਤੁਸੀਂ ਮੈਨੂੰ ਜ਼ਰੂਰ ਦੱਸ ਸਕਦੇ ਹੋ। ਜੇਕਰ ਤੁਹਾਡੇ ਕੋਲ ਵੀ ਕੋਈ ਕਹਾਣੀ ਹੈ ਜਿਸ ਨੂੰ ਤੁਸੀਂ ਮੇਰੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ love23land@gmail.com ਤੇ ਮੇਲ ਕਰ ਸਕਦੇ ਹੋ। ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਸਬਸਕ੍ਰਾਈਬ ਕਰੋ ਤੇ ਹਾਂ, ਰੈੱਡ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਤੁਸੀਂ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਪਾ ਸਕੋ। ਮੇਰੀਆਂ ਕਹਾਣੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਆਪਣੇ ਪਰਿਵਾਰ ਦੋਸਤਾਂ ਦੇ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬਣ ਜਾਓ ਲਵ 23 ਲੈਂਡ ਫੈਮਿਲੀ ਦਾ ਹਿੱਸਾ। ਲਵ 23 ਲੈਂਡ, ਦਿਲ ਸੇ ਬਾय नीलू।